ਅਸਲਾਮੁਅਲੈਕੁਮ ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅਸੀਂ ਆਪਣਾ ਤੀਸਰਾ ਪਾਰਟ ਸ਼ੁਰੂ ਕਰਨੇ ਆ ਭਾਈ ਤਾਰਕ ਦੇ ਨਾਲ, ਔਰ ਤੁਹਾਨੂੰ ਦੱਸਣੇ ਆ ਕਿ ਟਰੱਕਾਂ ਵਾਲੇ ਕੀ ਕਮਾ ਰਹੇ ਨੇ। ਜੀ ਅਸਲਾਮੁਅਲੈਕੁਮ ਭਾਈ ਤਾਰਕ। ਵਾਲੇਕੁਮ ਸਲਾਮ ਰਹਿਮਤੁல்லாਹ ਬਰਕਾਤੁਹ। ਸਰ ਹੁਣ ਤੁਸੀਂ ਗੱਲ ਕਰ ਰਹੇ ਸੀ ਓਨਰ ਆਪਰੇਟਰ ਦੀ। ਜੀ ਡਰਾਈਵਰ ਕੀ ਕਮਾ ਰਿਹਾ ਔਰ ਓਨਰ ਕੀ ਕਮਾ ਰਿਹਾ? ਹਾਂਜੀ, ਉਹਦੇ ਵਿੱਚ ਇਹ ਹੈ ਕਿ ਦੇਖੋ ਤੁਸੀਂ ਟਰੱਕ ਦਾ ਕੰਮ ਐਸਾ ਹੈ ਟੈਕਸੀ ਦੇ ਮੁਕਾਬਲੇ 'ਚ ਜਾਂ ਜਾਬ ਦੇ ਮੁਕਾਬਲੇ 'ਚ ਕਿ ਜਿਹਦੇ ਵਿੱਚ ਅੱਗੇ ਵਧਣ ਦੇ ਵੀ ਚਾਂਸ ਹੁੰਦੇ ਨੇ। ਜੀ ਮਸਲਨ ਤੁਸੀਂ ਡਰਾਈਵਰਸ ਹੋ, ਹੁਣ ਤੁਸੀਂ ਸੋਚਿਆ ਅੱਗੋਂ ਪਿੱਛੋਂ ਤੁਸੀਂ ਪਤਾ ਕੀਤਾ ਜਾਂ ਕੰਪਨੀਆਂ ਵੀ ਤੁਹਾਨੂੰ ਆਫਰ ਦਿੰਦੀਆਂ ਨੇ ਤੇ ਕਿ ਤੁਸੀਂ ਆਪਣਾ ਟਰੱਕ ਲੈ ਲਓ। ਆਪਣਾ ਟਰੱਕ ਜੇ ਤੁਸੀਂ ਇੰਡੀਪੈਂਡੈਂਟ ਲੈਣਾ ਹੈ, ਮਸਲਨ ਕਿਸੇ ਕੰਪਨੀ ਤੋਂ ਬਗੈਰ, ਕਿਸੇ ਬੰਦੇ ਤੋਂ ਹੈਲਪ ਤੋਂ ਬਗੈਰ, ਤਾਂ ਮੈਂ $15-20 ਨਾਲ ਰੋਡ 'ਤੇ ਆ ਜਾਂਦਾ। ਰੋਡ 'ਤੇ ਆ ਜਾਣ ਦਾ ਮਤਲਬ ਹੈ ਵੇ ਕਿ $10,000 ਡਾਊਨ ਦੇ ਕੇ ਟਰੱਕ ਲੈ ਲਓ। ਉਹਦੀ ਇੰਸ਼ੋਰੈਂਸ ਦੇ ਉੱਤੇ ਕੋਈ $3-4 ਲੱਗਦਾ, ਉਹਦੀਆਂ ਪਲੇਟਾਂ ਕਢਾਉਣ 'ਤੇ ਕੋਈ $2-3 ਲੱਗਦਾ, $2,000 ਸ਼ਾਇਦ ਇੰਨਾ ਕੁ ਆ ਹੀ ਜਾਂਦਾ। ਫਿਰ ਪਰਮਿਟ ਵਗੈਰਾ ਲੈਣ 'ਤੇ ਵੀ ਕੋਈ $400-500 $300-400 ਲੱਗ ਜਾਂਦਾ। ਅਤੇ ਉਹ ਤੁਸੀਂ ਟਰੱਕ ਲੈ ਗਏ, ਹੁਣ ਤੁਸੀਂ ਰੋਡ 'ਤੇ ਆ ਗਏ ਹੋ ਐਜ਼ ਏ ਓਨਰ ਆਪਰੇਟਰ। ਇੱਕ ਟਰੱਕ ਹੈ ਤੁਹਾਡੇ ਕੋਲ, ਜੇ ਤੁਹਾਡੇ ਕੋਲ ਟ੍ਰੇਲਰ ਹੈ ਠੀਕ ਹੈ। ਹੁਣ ਪਹਿਲੀ ਗੱਲ ਹੈ ਕਿ ਇਹਦੇ ਵਿੱਚ ਟਰੱਕਿੰਗ ਦੇ ਵਿੱਚ ਬੇਸ਼ੁਮਾਰ ਰਸਤੇ ਨੇ। ਤੁਸੀਂ ਡਰਾਈਵ ਵੈਨ ਚਲਾ ਲਓ, ਤੁਸੀਂ ਰੀਫਰ ਚਲਾ ਲਓ, ਤੁਸੀਂ ਫਲੈਟ ਬੈਡ ਚਲਾ ਲਓ, ਤੁਸੀਂ ਆਟੋ ਚਲਾ ਲਓ, ਇੰਝ ਇਹਦੇ ਵਿੱਚ ਸਟੈਪ ਡੈਕ ਚਲਾ ਲਓ। ਅਸੀਂ ਗੱਲ ਕਰਦੇ ਹਾਂ ਡਰਾਈਵ ਵੈਨ ਦੀ ਜਾਂ ਰੀਫਰ ਦੀ, ਜਿਹੜਾ ਤੁਸੀਂ ਚਲਾ ਰਹੇ ਜਿਹੜਾ ਮੈਂ ਚਲਾ ਰਿਹਾ ਰੀਫਰ। ਜੀ ਉਹਦੇ ਵਿੱਚ ਹੈ ਕਿ ਤੁਸੀਂ ਰੀਫਰ ਟਰੱਕ, ਅਗਰ ਤੁਹਾਡੇ ਕੋਲ ਪੈਸੇ ਨਹੀਂ ਨੇ ਰੀਫਰ ਖਰੀਦਣ ਦੇ, ਤੁਸੀਂ ਰੈਂਟ ਕਰ ਲਓ। $1,500-2,000 ਮਹੀਨੇ 'ਤੇ ਰੈਂਟ 'ਤੇ ਮਿਲ ਜਾਂਦਾ, ਅਤੇ ਉਹ ਲੈ ਕੇ ਅਤੇ ਤੁਸੀਂ ਰੋਡ 'ਤੇ ਆ ਜਾਓ। ਹੁਣ ਉਹਦੇ ਵਿੱਚ ਵੀ 2-3 ਰਸਤੇ ਨੇ ਕਿ ਜਾਂ ਤਾਂ ਤੁਹਾਨੂੰ ਕੋਈ ਅੱਛੀ ਕੰਪਨੀ ਮਿਲ ਜਾਏ ਜਿਹਦੇ ਨਾਲ ਤੁਸੀਂ ਕੰਟਰੈਕਟ ਕਰ ਲਓ। ਉਹਦੇ ਵਿੱਚ ਇਹ ਹੁੰਦਾ ਕਿ ਉਹ ਕੰਪਨੀ ਦੇ ਅਕਾਊਂਟ ਨੇ, ਉਹ ਇੱਕ ਜਗ੍ਹਾ ਤੋਂ ਲੋਡ ਚੁੱਕਦੇ ਨੇ, ਇੱਕ ਜਗ੍ਹਾ 'ਤੇ ਲਾਉਂਦੇ ਨੇ। ਉਹਦੇ ਵਿੱਚ ਆਸਾਨੀ ਇਹ ਹੁੰਦੀ ਕਿ ਇੱਕ ਜਗ੍ਹਾ 'ਤੇ ਜਾਣਾ, ਇੱਕ ਜਗ੍ਹਾ ਤੋਂ ਹੀ ਚੁੱਕਣਾ। ਜੀ ਠੀਕ, ਉਹਦੇ ਵਿੱਚ ਤੁਹਾਨੂੰ ਰਸਤਿਆਂ ਦੀ ਆਸਾਨੀ ਹੋ ਜਾਂਦੀ ਹੈ, ਲੋਡ ਦੀ ਆਸਾਨੀ ਹੋ ਜਾਂਦੀ ਹੈ। ਸਮ ਟਾਈਮ ਇੰਝ ਹੁੰਦਾ ਕਿ ਟ੍ਰੇਲਰ ਉੱਥੇ ਲੋਡ ਤੁਹਾਨੂੰ ਮਿਲਦਾ, ਤੁਸੀਂ ਆਹ ਟ੍ਰੇਲਰ ਡਰਾਪ ਕਰਦੇ ਹੋ, ਅਗਲਾ ਲੋਡ ਟ੍ਰੇਲਰ ਪਾ ਕੇ ਨਿਕਲ ਜਾਂਦੇ। ਨੁਕਸਾਨ ਇਹਦੇ 'ਚ ਹੁੰਦਾ ਕਿ ਉਹ ਕੰਪਨੀ ਜਿਹੜੀ ਹੈ ਤੁਹਾਨੂੰ ਕਹਿੰਦੇ ਨੇ ਜੀ ਅਸੀਂ 5% ਜਾਂ 10% ਲਵਾਂਗੇ ਵਿੱਚੋਂ ਡਿਸਪੈਚ। ਸਮ ਟਾਈਮ ਉਹ 20% ਵੀ ਲੈ ਜਾਂਦੇ ਨੇ, ਤਕਰੀਬਨ 20% ਇੱਥੇ ਉਹ ਕੱਟ ਮਾਰ ਜਾਂਦੇ ਨੇ। ਠੀਕ ਹੈ। ਅਗਰ $1,000 ਦਾ ਲੋਡ ਹੈ, $200 ਉਹਨਾਂ ਵਿੱਚੋਂ ਲੈ ਜਾਣਾ, ਕਿਉਂਕਿ ਇਸ ਵਜ੍ਹਾ ਨਾਲ ਕਿ ਉਹਨਾਂ ਦਾ ਅਕਾਊਂਟ ਹੈ ਜਾਂ ਉਹਨਾਂ ਦਾ ਟ੍ਰੇਲਰ ਦੇ ਡੈਫੀਨੇਟਲੀ ਪੈਸਾ ਲੈਦਾ ਹੋਣਗੇ। ਉਹਦੇ ਮੁਕਾਬਲੇ ਦੇ ਵਿੱਚ ਅਗਰ ਤੁਸੀਂ ਇੰਡੀਪੈਂਡੈਂਟ ਕੰਮ ਕਰਦੇ ਹੋ, ਮਤਲਬ ਤੁਸੀਂ ਟਰੱਕ ਲੈ ਲਿਆ, ਟ੍ਰੇਲਰ ਲੈ ਲਿਆ, ਤੁਸੀਂ ਲੋਡ, ਉਹਨਾਂ ਨੇ ਵੀ ਮੈਜੋਰਟੀ ਆਫ ਦਾ ਜਿੰਨੇ ਵੀ ਆ ਇੱਥੇ ਪੰਜਾਬੀ ਟਰੱਕਿੰਗ ਕੰਪਨੀਆਂ ਨੇ ਜਾਂ ਸਪੈਨਿਸ਼ ਨੇ ਜਾਂ ਅਮਰੀਕਨ ਵੀ ਨੇ, ਉਹ 99% ਲੋਡ ਜਿਹੜਾ ਨਾ ਬੋਰਡ ਤੋਂ ਫੜਦੇ ਨੇ। ਲੋਡ ਬੋਰਡ ਆਏ ਨੇ ਕਿ ਲੋਡ ਬੋਰਡ ਬਣੇ ਨੇ ਜਿੱਥੇ ਬ੍ਰੋਕਰ ਆਪਣੇ ਲੋਡ ਪੋਸਟ ਕਰਦੇ ਨੇ। ਠੀਕ ਹੈ। ਟਰੱਕਿੰਗ ਕੰਪਨੀਆਂ ਆਪਣੇ ਟਰੱਕ ਪੋਸਟ ਕਰਦੀਆਂ ਨੇ। ਉਹ ਤੁਸੀਂ ਬੋਰਡ ਨੂੰ ਬਸ ਇੱਕ ਲੋਡ ਬੋਰਡ ਹੈ DAT ਡਾਟ, ਉਹ ਤੁਸੀਂ ਖੋਲੋਗੇ, ਉਹਦੇ ਵਿੱਚ ਹਰ ਪਾਸੇ ਦੇ ਲੋਡ ਲੱਗੇ ਹੋਣਗੇ। ਤੁਸੀਂ ਫਰਜ਼ ਕਰੋ ਕੈਲੀਫੋਰਨੀਆ ਬੈਠੇ ਹੋ, ਬੇਕਰਫੀਲਡ ਜਾਂ ਲਾਸ ਐਂਜਲਸ, ਤੁਸੀਂ ਕਹਿੰਦੇ ਹੋ ਮੈਂ ਹਿਊਸਟਨ ਟੈਕਸਸ ਜਾਣਾ, ਉਹ ਉੱਥੇ ਦੇ ਤੁਸੀਂ ਪਿਕਅਪ ਪੁਆਇੰਟ ਉਹਦੇ ਟਾਈਪ ਕਰੋਗੇ ਲਾਸ ਐਂਜਲਸ, ਡੈਸਟੀਨੇਸ਼ਨ ਹਿਊਸਟਨ, ਉਹ ਕਲਿੱਕ ਕਰੋਗੇ, ਉਹ ਜਿੰਨੇ ਲੋਡ ਹੋਣਗੇ ਸਾਹਮਣੇ ਆ ਜਾਣਗੇ। 1,000, 500, 15 ਨਾਲ ਉਹਨਾਂ ਦੀਆਂ ਪ੍ਰਾਈਜ਼ਾਂ ਵੀ ਆ ਜਾਣਗੀਆਂ ਜੋ ਉਸ ਟਾਈਮ ਮਾਰਕੀਟ ਦਾ ਰੇਟ ਚੱਲ ਰਿਹਾ ਹੋਏਗਾ। ਉਹ ਅਮੂਮਨ ਕੈਲੀਫੋਰਨੀਆ ਤੋਂ $2 ਪਲੱਸ ਮਾਈਲ ਹੁੰਦੇ ਨੇ। ਸਹੀ। ਬਸ ਅਗਰ ਲਾਸ ਐਂਜਲਸ ਤੋਂ ਹਿਊਸਟਨ ਟੈਕਸਸ 2,000 ਮੀਲ ਹੈ, ਮੈਂ ਸੈਂਪਲ ਦੇ ਰਿਹਾ, ਉਹ ਲੋਡ ਦੀ ਐਵਰੇਜ ਪ੍ਰਾਈਸ $4,000 ਪਲੱਸ ਹੋਏਗੀ, 4500, 4800 ਪਲੱਸ। ਉਹਦੇ ਵਿੱਚ ਇਹ ਹੁੰਦਾ ਕਿ ਪਿਕਅਪਾਂ ਨੇ ਅਗਰ ਉਹਦੇ ਪੈਸੇ ਐਕਸਟਰਾ ਹੋਣਗੇ, ਡਰਾਪ ਨੇ ਉਹਦੇ ਪੈਸੇ ਐਕਸਟਰਾ ਹੋਣਗੇ, ਇਸ ਤਰ੍ਹਾਂ। ਅਤੇ ਉਹ ਐਂ ਕਿ ਜੇਕਰ ਤੁਸੀਂ ਬੋਰਡ 'ਤੇ ਕੰਮ ਕਰਦੇ ਹੋ ਤਾਂ ਜੋ ਕਮਾਉਣਾ ਉਹ ਤੁਹਾਡੇ ਕੋਲ ਹੀ ਆਉਣਾ। ਠੀਕ ਹੈ ਨਾ, ਉਹਦੇ ਵਿੱਚ ਕੋਈ ਮਿਡਲ ਮੈਨ ਨਹੀਂ। ਜੋ ਪ੍ਰਾਈਜ਼ ਹੈ ਉਹ ਤੁਹਾਡੀ ਡਾਇਰੈਕਟ ਨੈਗੋਸ਼ੀਏਸ਼ਨ ਬ੍ਰੋਕਰ ਨਾਲ ਹੋ ਰਹੀ ਹੈ। ਤੁਸੀਂ ਬ੍ਰੋਕਰ ਨਾਲ ਗੱਲ, ਉਹਨੇ 5,000 ਦਾ ਲੋਡ ਲਾਇਆ, ਤੁਸੀਂ ਉਹਨੂੰ ਕਹਿੰਦੇ ਨਹੀਂ ਯਾਰ ਮੈਨੂੰ 5500 ਚਾਹੀਦਾ,
ਉਹ ਕਹੇਗਾ ਚੱਲ 5200 ਲੈ ਲੈ। ਇਸ ਤਰ੍ਹਾਂ ਨੈਗੋਸ਼ੀਏਸ਼ਨ ਕਰਕੇ ਤੁਸੀਂ ਤੇ ਉਹ ਪਿਕਅਪ ਤੁਹਾਨੂੰ ਦੱਸ ਲੇਕਿਨ ਨਵਾਂ ਬੰਦਾ ਤਾਂ ਜਸਟ ਸਟਾਰਟ ਕਰਕੇ ਤੇ ਕੰਮ ਨਹੀਂ ਕਰ ਸਕਦਾ ਨਾ, ਉਹਨੂੰ ਵੀ 6 ਮਹੀਨੇ ਸਾਲ ਚਾਹੀਦਾ। ਨਹੀਂ, ਉਹ ਹੈ ਨਾ ਕਿ 2 ਸਾਲ ਦੇਖੋ ਉਹਨੂੰ ਮੈਂ ਕਹਿੰਦਾ ਕਿ ਸਾਲ 2 ਸਾਲ ਤੁਹਾਨੂੰ ਕਮ ਸੇ ਕਮ ਐਜ਼ ਏ ਡਰਾਈਵਰ ਕੰਮ ਕਰਨਾ ਚਾਹੀਦਾ। ਸਹੀ ਹੈ, ਸਾਲ ਕਰ ਲੈ, 6 ਮਹੀਨੇ ਕਰ ਲੈ, ਕਮ ਸੇ ਕਮ ਉਹਨੂੰ ਮਾਰਕ ਥੋੜ੍ਹਾ ਬਹੁਤਾ ਪਤਾ ਲੱਗ ਜਾਏ। ਠੀਕ ਹੈ, ਫਿਰ ਆਏ ਕਿ ਥੋੜ੍ਹੀ ਬਹੁਤੀ ਬੰਦਾ ਇਨਫੋਰਮੇਸ਼ਨ ਲਵੇ। ਐਜ਼ ਏ ਡਿਸਪੈਚਰ ਦੇ ਕੋਰਸ ਹੁੰਦੇ ਨੇ, ਅਤੇ ਮੁਖਤਲਿਫ ਕਰਾਉਂਦੇ ਨੇ, ਪੰਜਾਬੀ ਵਿੱਚ ਵੀ ਹੁੰਦੇ ਨੇ। ਕੈਲੀਫੋਰਨੀਆ 2-3 ਕੰਪਨੀਆਂ ਨੇ ਜਿਹੜੀਆਂ ਆਨਲਾਈਨ ਵੀ ਕਰਾਉਂਦੀਆਂ ਨੇ। ਅਗਰ ਨਹੀਂ ਉਹਨੂੰ ਜ਼ਿਆਦਾ ਪਤਾ ਤਾਂ ਉੱਥੋਂ ਕਰ ਲਵੇ। ਸਹੀ ਹੈ, ਅਤੇ ਨਹੀਂ ਅਗਰ ਫਿਰ ਵੀ ਉਹਦਾ ਦਿਲ ਭਿੱਜਦਾ ਤਾਂ ਉਹ ਕਿਸੇ ਅੱਛੀ ਕੰਪਨੀ ਨਾਲ ਲੱਗ ਜਾਏ, ਉਹਨਾਂ ਨਾਲ ਕੰਮ ਕਰੇ, ਨਾਲ ਬੋਰਡ ਨੂੰ ਵਾਚ ਕਰਦਾ ਰਹੇ ਕਿ ਬੋਰਡ 'ਤੇ ਕੀ ਪ੍ਰਾਈਸ। ਫਰਜ਼ ਕਰੋ ਇੱਕ ਲੋਡ ਹੈ, ਉਹਨੂੰ ਇੱਥੋਂ ਚਲਾਇਆ ਬਰੁਕਲਿਨ ਤੋਂ, ਉਹ ਜਾਣਾ ਸ਼ਿਕਾਗੋ, ਉਹ ਕੰਪਨੀ ਉਹਨੂੰ $1500 ਦੇ ਰਹੀ ਹੈ। ਠੀਕ ਹੈ, ਉਹ ਬੋਰਡ ਦੇ ਉੱਤੇ ਨਾਲ ਕਲਿੱਕ ਕਰਕੇ ਦੇਖੇ ਕਿ ਬੋਰਡ 'ਤੇ ਅੱਜ ਦੀ ਕੀ ਪ੍ਰਾਈਸ ਹੈ। ਸਹੀ ਹੈ, ਅਗਰ ਬੋਰਡ 'ਤੇ ਲੱਗਿਆ ਫਰਜ਼ ਕਰੋ 2000, ਇਟ ਮੀਨ ਕਿ 1500 'ਚੋਂ 2000 ਦੇ ਲੋਡ 'ਚੋਂ $500 ਤੇ ਉਹ ਪਹਿਲੇ ਹੀ ਲਾ ਗਏ ਨੇ। ਉਹਨੇ 2000 ਦਾ ਲੋਡ ਉੱਥੋਂ ਫੜ ਕੇ ਅਤੇ ਉਹਨੂੰ 1500 ਦਾ ਦਿੱਤਾ। ਸਹੀ 500 ਨੇ ਉੱਤੋਂ ਲਾ ਲਿਆ। ਬਾਅਦ 'ਚ ਅਗਰ ਉਹ 10% ਉਹਦੇ ਕੋਲ ਡਿਸਪਾਈਜ਼ ਲੈਂਦਾ, 1500 ਜੋ 150 ਨੇ ਹੋਰ ਲੈ ਲਿਆ, ਜੀ, 650 ਤੇ ਉਹਨੇ ਸਿਰਫ ਉਹਨੂੰ ਇਸ ਕੰਮ ਦਾ ਲੈ ਲਿਆ ਕਿ ਬਰੋਕਰ ਨੂੰ ਕਾਲ ਕਰਕੇ ਲੋਡ ਬੁੱਕ ਕੀਤਾ ਬਸ। ਠੀਕ ਹੈ, ਜਾਂ ਉਹ ਅਗਰ ਕਿਸੇ ਨਾਲ ਕੰਮ ਕਰ ਰਿਹਾ, ਕਿਸੇ ਡਿਸਪੈਚਰ ਨਾਲ, ਉਹਦੇ ਕੋਲੋਂ ਕਹੇ ਜੀ ਮੈਨੂੰ ਰੋਡ ਜਿਹੜਾ ਬੁੱਕ ਕੀਤਾ ਉਹਦੀ ਕਨਫਰਮੇਸ਼ਨ ਸ਼ੀਟ ਦੇ। ਲੋਡ ਰੇਟ ਕਨਫਰਮੇਸ਼ਨ ਹੁੰਦਾ ਕਿ ਜਦੋਂ ਬਰੋਕਰ ਨਾਲ ਤੁਹਾਡੀ ਸਾਰੀ ਪ੍ਰਾਈਸ ਤੈਅ ਹੋ ਗਈ ਹੈ। ਇੱਕ ਲੋਡ ਹੈ, ਉਹ ਬਰੁਕਲਿਨ ਤੋਂ ਸ਼ਿਕਾਗੋ ਜਾਣਾ ਹੈ, ਬਰੋਕਰ 2000 ਕਹਿ ਰਿਹਾ, ਤੁਸੀਂ 2500 ਕਹਿ ਰਹੇ ਹੋ, 2200 ਤੇ ਗੱਲ ਡਨ ਹੋ ਗਈ। ਸਹੀ ਹੈ, ਬਰੋਕਰ ਤੁਹਾਨੂੰ ਇੱਕ ਪੇਪਰ ਭੇਜੇਗਾ, ਉਹਨੂੰ ਕਹਿੰਦੇ ਰੇਟ ਕਨਫਰਮੇਸ਼ਨ। ਸਹੀ ਹੈ, ਉਹਦੇ 'ਚ ਉਹਨੇ ਸਾਰੀਆਂ ਚੀਜ਼ਾਂ ਲਿਖੀਆਂ ਹੋਣਗੀਆਂ ਕਿ ਲੰਪਰ ਕੌਣ ਪੇ ਕਰੇਗਾ, ਅਨਲੋਡਿੰਗ ਕੌਣ ਕਰੇਗਾ, ਸਾਰੀ ਡਿਟੇਲ ਉਹਨੇ ਲਿਖੀ ਹੋਏਗੀ। ਉਹ ਉਹਦੇ 'ਤੇ ਪ੍ਰਾਈਸ ਵੀ ਲਿਖੀ ਹੋਏਗੀ। ਠੀਕ ਹੈ, ਉਹ ਤੁਸੀਂ ਜਿਹੜਾ ਬੰਦਾ ਤੁਹਾਡੇ ਵਾਸਤੇ ਲੋਡ ਬੁੱਕ ਕਰ ਰਿਹਾ ਉਹਨੂੰ ਕਹੋ ਜੀ ਭਾਈ ਜਾਨ ਮੈਨੂੰ ਲੋਡ ਕਨਫਰਮੇਸ਼ਨ ਦੀ ਜਿਹੜੀ ਸ਼ੀਟ ਰੇਟ ਕਨਫਰਮੇਸ਼ਨ ਉਹ ਦਿਓ। ਸਮ ਟਾਈਮ ਉਹ ਦਿੰਦੇ ਨੇ, ਸਮ ਟਾਈਮ ਨਹੀਂ ਦਿੰਦੇ। ਜਿਹੜੇ ਹੇਰਾ ਫੇਰੀਆਂ ਕਰਦੇ ਨੇ ਉਹ ਨਹੀਂ ਦਿੰਦੇ। ਸਹੀ ਹੈ, ਠੀਕ ਹੈ ਨਾ। ਅਤੇ ਅਗਰ ਉਹ ਦੇ ਦਿੰਦਾ ਫਿਰ ਵੀ ਠੀਕ ਹੈ। ਫਿਰ ਵੀ ਅਗਰ ਤੁਸੀਂ 10% ਉਹਨੂੰ ਦੇ ਰਹੇ ਹੋ, ਇੱਥੇ ਨਿਊਯਾਰਕ ਦੇ ਵਿੱਚ 10% ਲੈਂਦੇ ਨੇ, ਜੀ, ਅਤੇ ਅਗਰ ਸਾਲ ਦੇ ਵਿੱਚ ਤੁਸੀਂ 2 ਲੱਖ ਦਾ ਕੰਮ ਕੀਤਾ, ਜਿਹੜਾ ਕਿ ਮਿਨੀਮਮ ਬੰਦਾ ਕਰ ਹੀ ਲੈਂਦਾ ਐਜ਼ ਏ ਓਨਰ ਆਪਰੇਟਰ, ਠੀਕ ਹੈ। ਅਤੇ 2 ਲੱਖ ਦੇ ਵਿੱਚੋਂ 20,000 ਤੇ ਉਹ ਲੈ ਗਏ ਨਾ। 2 ਲੱਖ ਬਹੁਤ ਥੋੜਾ। 2 ਲੱਖ ਮੈਂ ਇੱਕ ਨਾਰਮਲ ਗੱਲ ਕਰ ਰਿਹਾ, ਅਤੇ 2 ਲੱਖ ਛੁੱਟੀਆਂ ਕਰਕੇ ਵੀ ਯਾਨੀ 2.5 ਤੋਂ 3.5 ਲੱਖ ਐਵਰੇਜ ਓਨਰ ਆਪਰੇਟਰ ਜਿਹੜਾ ਰੀਫਰ ਚਲਾਉਂਦਾ, ਜਿਹਦਾ ਕੰਮ ਸਹੀ ਕਰਦਾ। ਤਾਂ ਹੁਣ ਅਗਰ 3 ਲੱਖ ਵੀ ਤੁਹਾਡਾ ਅਤੇ 30,000 ਤੁਹਾਡੇ ਕੋਲੋਂ ਉਹ ਲੈ ਗਿਆ, ਡਿਸਪੈਚਰ ਲੈ ਗਿਆ ਬਿਲਾ ਵਜ੍ਹਾ। ਹਾਂ, ਅਗਰ ਤੁਹਾਨੂੰ ਨਹੀਂ ਬੁੱਕ ਤੁਸੀਂ ਕਰ ਸਕਦੇ ਜਾਂ ਤੁਹਾਨੂੰ ਉਸ ਤੋਂ ਇਲਾਵਾ ਵੀ ਉਹ ਬੰਦਾ ਫਾਇਦਾ ਦੇ ਰਿਹਾ, ਅਤੇ ਫਿਰ ਤਾਂ ਤੁਸੀਂ ਕਹਿ ਸਕਦੇ ਨਹੀਂ ਮੈਨੂੰ ਇਹ ਵੀ ਨਾਲ ਬੈਨੀਫਿਟ ਉਸ ਕੰਪਨੀ ਦੇ ਹੈ ਨੇ। ਸਹੀ ਹੈ, ਅਤੇ ਜਿਹੜਾ ਕਿ ਕਈ ਕੰਪਨੀਆਂ ਦਿੰਦੀਆਂ ਨੇ। ਠੀਕ ਹੈ, ਠੀਕ ਹੈ ਨਾ। ਮਸਲਨ ਉਹਨਾਂ ਦੀ ਰਿਪੇਅਰ ਹੁੰਦੀ ਹੈ, ਉਹਨਾਂ ਦੇ ਫਿਊਲ ਕਾਰਡ ਹੁੰਦੇ ਨੇ, ਉਹਨਾਂ ਦੀ ਟਾਇਰ ਡਿਸਕਾਊਂਟ ਹੁੰਦੀ ਹੈ, ਉਹ ਟਰੱਕ ਦੇ ਵਿੱਚ ਤੁਹਾਡੀ ਉਹ ਰਿਪੇਅਰਾਂ ਦੇ ਵਿੱਚ ਮਸਲਨ ਤੁਹਾਨੂੰ ਡਿਸਕਾਊਂਟ ਦਿੰਦੇ ਨੇ, ਉਹਨਾਂ ਦੀ ਵਰਕਸ਼ਾਪਾਂ, ਇੰਨੇ ਦੇ ਮਸਲੇ ਹੁੰਦੇ ਨੇ। ਅਗਰ ਉਹ ਤੁਸੀਂ ਦੇਖਦੇ ਹੋ ਕਿ ਇਹ ਚੀਜ਼ਾਂ ਮੈਨੂੰ ਇਸ ਕੰਪਨੀ ਕੋਲੋਂ ਐਕਸਟਰਾ ਮਿਲ ਰਹੀਆਂ ਨੇ ਜਿਹੜੀਆਂ ਬੈਨੀਫੀਸ਼ੀਅਲ ਨੇ, ਸਹੀ ਹੈ, ਅਤੇ ਲੇਕਿਨ ਕੋਸ਼ਿਸ਼ ਆਈ ਕਰਨੀ ਚਾਹੀਦੀ ਹੈ ਕਿ ਬੰਦਾ ਅਗਰ ਐਜ਼ ਏ ਓਨਰ ਆਪਰੇਟਰ ਇੰਡੀਪੈਂਡੈਂਟ ਚੱਲੇ। ਇੱਕ ਟਰੱਕ ਤੋਂ 5 ਕਰਨੇ ਤੁਹਾਡੇ ਮੁਸ਼ਕਿਲ ਨੇ। ਠੀਕ ਹੈ ਨਾ। ਤੁਸੀਂ 2 3 4 5 ਟਰੱਕ ਕਰਕੇ ਓਨਰ ਆਪਰੇਟਰ ਜਿਹੜਾ ਹੈ ਹਾਂ ਉਹ ਸਾਰੇ ਖਰਚੇ ਕੱਢ ਕੇ ਐਂਡ ਆਫ ਦਾ ਡੇ ਕੀ ਬਚਾਉਂਦਾ ਹੈ? ਦੇਖੋ ਜੀ, ਮੈਂ ਪਹਿਲੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਇਹ ਟਰੱਕਿੰਗ ਇੱਕ ਐਸਾ ਕੰਮ ਹੈ। ਨਹੀਂ, ਅਸੀਂ ਰਫਲੀ ਨਹੀਂ, ਆਈਡੀਆ ਮੈਂ ਤੁਹਾਨੂੰ ਦੱਸ ਰਿਹਾ, ਤੁਹਾਨੂੰ ਦੱਸ ਰਿਹਾ ਕਿ ਅਗਰ ਤੁਸੀਂ ਪਿਛਲਿਆਂ ਦੀਆਂ ਡਿਮਾਂਡਾਂ ਆਉਂਦੀਆਂ ਨੇ ਪਿੱਛੋਂ, ਉਹ ਟਰੱਕ ਚਲਾ ਕੇ ਤੁਸੀਂ ਉਹਨਾਂ ਦੀ ਹਰ ਕਿਸਮ ਦੀ ਡਿਮਾਂਡ ਪੂਰੀ ਕਰ ਸਕਦੇ ਹੋ। ਜੇ ਉਹ ਕਹਿੰਦੇ ਨਾ ਜੇ ਮੁਰੱਬਾ ਵਿਕਦਾ ਪਿਆ ਤੁਸੀਂ ਲੈ ਸਕਦੇ ਹੋ। ਸਹੀ ਹੈ, ਠੀਕ ਹੈ ਨਾ। ਬਾਕੀ ਹੁਣ ਜਿਹੜਾ ਇਹ ਕਿ ਕਿੰਨੇ ਪੈਸੇ ਬਚਦੇ ਨੇ ਰਫਲੀ ਹੈ, ਰਫਲੀ ਆ, ਅਤੇ ਡਰਾਈਵਰ ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਵਾਲਮਾਰਟ ਦਾ ਡਰਾਈਵਰ 90,000 ਤੋਂ 90,000 ਐਜ਼ ਤੋਂ ਅ ਡਰਾਈਵਰ ਐਜ਼ ਅ ਡਰਾਈਵਰ ਕਮਾ ਰਿਹਾ। ਜੀ, ਉਹਨੂੰ ਤੁਸੀਂ ਤਕਰੀਬਨ ਡਬਲ ਕਰ ਲਓ, ਡਬਲ ਨਹੀਂ ਤੇ ਟਾਈਮ ਐਂਡ ਹਾਫ ਕਰ ਲਓ। ਐਜ਼ ਅਗਰ ਤੁਸੀਂ
ਸਮਾਰਟ ਵਰਕ ਕਰ ਰਹੇ ਹੋ। ਕਈਆਂ ਦੇ ਓਨਰ ਆਪਰੇਟਰ ਵੀ ਹੈ ਨੇ ਜਿਹੜੇ ਕਹਿੰਦੇ ਨੇ ਯਾਰ ਇਹ ਕੀ ਮੁਸੀਬਤ ਗੱਲ ਪਾ ਲਈ, ਠੀਕ ਹੈ। ਕਿਉਂਕਿ ਇੱਕ ਇਹ ਵਨ ਸਾਈਜ਼ ਫਿਟ ਨਹੀਂ ਹੈ। ਮੈਂ ਪਹਿਲੇ ਕਿਹਾ ਤੁਹਾਡੀ ਕੰਡੀਸ਼ਨ ਤੇ ਤੁਸੀਂ ਟਰੱਕ ਹੀ ਭੈੜਾ ਲੈ ਲਿਆ, ਤੁਸੀਂ ਟਰੱਕ ਹੀ ਉਹ ਲੈ ਲਿਆ, ਤੁਸੀਂ ਇੱਥੋਂ ਲੋਡ ਚੁੱਕਿਆ ਤੇ ਕੈਲੀਫੋਰਨੀਆ ਜਾ ਰਹੇ ਹੋ, ਰਾਹ 'ਚ ਖਲੋ ਗਿਆ। ਜੀ ਠੀਕ ਹੈ, ਰਾਹ ਦੇ ਵਿੱਚ ਖਲੋਣ ਦਾ ਮਤਲਬ ਹੈ ਮਾਮੂਲੀ ਜੀ ਪ੍ਰੋਬਲਮ ਦੇ ਉੱਤੇ $2-3,000 ਐਵੇਂ ਲੱਗ ਜਾਣਾ। ਜੇ ਉਹ ਤਾਂ ਫਿਰ ਠੀਕ ਹੈ, ਹੁਣ ਇੱਕ ਬੰਦਾ ਲੈ ਕੇ ਜਾ ਰਿਹਾ, ਵਾਪਸੀ ਤੇ ਵੀ ਉਹਦਾ ਖਲੋ ਗਿਆ। ਪਹਿਲੇ ਉਹ ਡਰਾਈਵਰ ਸੀ, ਉਹ ਕਹਿੰਦਾ ਯਾਰ ਮੈਂ ਤੇ ਚੰਗੇ ਭਲੇ ਪੈਸੇ ਬਣਾ ਰਿਹਾ, ਇਹ ਕੀ ਮੈਂ ਮੁਸੀਬਤ ਗੱਲ ਪਾ ਲਈ। ਜੀ ਠੀਕ ਹੈ ਨਾ, ਹੁਣ ਗਲਤ ਡਿਸੀਜਨ ਤੁਸੀਂ ਕਰਕੇ ਟਰੱਕ ਗਲਤ ਲੈ ਲਿਆ। ਠੀਕ ਹੈ। ਠੀਕ ਹੈ ਨਾ, ਮਸਲਨ ਤੁਸੀਂ ਪੁਰਾਣਾ ਟਰੱਕ ਲੈ ਲਿਆ, ਬਹੁਤਾ ਹੀ 8 ਲੱਖ ਮੀਲ ਚੱਲਿਆ, ਹੁਣ ਉਹਨੇ ਤੇ ਪ੍ਰੋਬਲਮ ਕੱਢਣੀ ਹੈ। ਸਹੀ। ਠੀਕ ਹੈ ਨਾ, ਤੁਸੀਂ ਟਰੱਕ ਲੈ ਲਿਆ। ਹੁਣ ਇਹ ਜਿਹੜੀ ਤੁਹਾਡੀ ਦੱਸਣ ਦਾ ਮਕਸਦ ਹੈ ਕਿ ਜਿਹੜਾ ਤੁਸੀਂ ਪਿਛਲੇ ਵਲੌਗ 'ਚ ਦੱਸਿਆ ਕਿ ਜਿਹੜਾ ਡਰਾਈਵਰ ਹੈ ਉਹ 90,000 ਤੋਂ 1,40,000 ਤੱਕ ਹੈ। ਅੱਛੀ ਵਾਲਮਾਰਟ ਨੇ ਹਰ ਕੰਪਨੀ ਚ ਹਰ ਕੰਪਨੀ ਨਹੀਂ, ਜਿਹੜੇ ਮੈਂ ਕਿ ਵੱਡੀਆਂ ਕੰਪਨੀਆਂ ਦੇ ਨਾਲ ਐਕਸਪੀਰੀਅੰਸ ਡਰਾਈਵਰ ਕੰਮ ਕਰ ਰਹੇ ਨੇ। ਇਸੇ ਤਰ੍ਹਾਂ ਹੀ ਹੁਣ ਜਿਹੜਾ ਓਨਰ ਆਪਰੇਟਰ ਹੈ, ਜਿਹੜਾ 2 ਸਾਲ ਜਿਹਨੇ ਕੰਮ ਕੀਤੇ ਆ ਪਹਿਲੇ ਔਰ ਹੁਣ ਕਰ ਰਿਹਾ, ਉਹ ਤਕਰੀਬਨ ਤੁਸੀਂ ਕਹਿ ਲਓ ਕਿ 1.5 ਤੋਂ 170 ਤੱਕ ਜਾਂਦਾ ਆਫਟਰ ਐਕਸਪੈਂਸ। ਓਨਰ ਆਪਰੇਟਰ ਨਹੀਂ, ਦੇਖੋ ਨਾ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ, ਜਿਹੜਾ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਬੰਦਾ ਜੌਬ ਕਰਦਾ ਔਰ ਉਹਨੂੰ ਕੰਮ ਸਮਝ ਕੇ ਕਰਦਾ। ਨਹੀਂ, ਦੇਖੋ ਗੱਲ ਆਵੇ ਕਿ ਤੁਸੀਂ ਕਹਿ ਦਿਓ ਜੀ ਓਨਰ ਆਪਰੇਟਰ 1.5 ਲੱਖ ਕਮਾ ਰਿਹਾ, ਇੱਕ ਓਨਰ ਆਪਰੇਟਰ 40,000 ਬਣਾ ਰਿਹਾ। ਨਹੀਂ, ਉਹ ਤਾਂ ਫਿਰ ਅੱਛੇ ਬੁਰੇ ਹਰ ਜਗ੍ਹਾ ਤੇ ਨੇ। ਇਸੇ ਤਰ੍ਹਾਂ ਚੰਗੇ ਡਰਾਈਵਰ ਤੇ ਮਾੜੇ ਡਰਾਈਵਰ ਵੀ ਹਰ ਜਗ੍ਹਾ ਤੇ ਨੇ, ਲੇਕਿਨ ਮੈਂ ਇੱਕ ਗੱਲ ਕਰ ਰਿਹਾ, ਜਿਹੜੇ ਐਵਰੇਜ ਡਰਾਈਵਰ ਜੌਬ ਕਰ ਰਿਹਾ, ਜਿਹੜਾ ਕੰਮ ਸਹੀ ਕਰ ਰਿਹਾ, ਮੈਂ ਉਹਦੀ ਗੱਲ ਕਰ ਰਿਹਾ। ਦੇਖੋ ਨਾ, ਮੈਂ ਤੁਹਾਨੂੰ ਸਿੰਪਲ ਜੀ ਗੱਲ ਮੇਰੇ ਹੱਥ ਦਾ ਟਰੱਕ ਲੈ ਕੇ ਸੁੱਤਾ ਰਵੇ ਤੇ ਉਹਦੇ ਪੈਸੇ ਕੀ ਕਮਾਣੇ। ਸਿੰਪਲ ਜੀ ਗੱਲ ਕਰਨਾ, ਇਸ ਟਾਈਮ ਇੱਥੋਂ ਨਿਊਯਾਰਕ ਤੋਂ ਫਲੋਰੀਡਾ ਜਾਣ ਦੇ ਤਕਰੀਬਨ $3,500 ਤੋਂ $4,000 ਮਿਲਦਾ ਇਸ ਟਾਈਮ। ਜੀ ਠੀਕ ਹੈ, ਕੱਲ ਦਾ ਪਤਾ ਨਹੀਂ, ਮੈਂ ਹੁਣ ਦੀ ਗੱਲ ਕਰ ਰਿਹਾ। 3500 ਵੀ ਅਗਰ ਤੁਸੀਂ ਲਵੋਗੇ ਤੇ 1000 ਮੀਲ ਨਹੀਂ, ਸਹੀ ਹੈ, $3.5 ਮੀਲ ਦੇ ਨੇ। ਠੀਕ ਹੈ, ਠੀਕ ਹੈ। ਹੁਣ 1000 ਮੀਲ ਤੁਸੀਂ ਅਗਰ ਮੰਡੇ ਲੋਡ ਚੁੱਕੋ, ਟਿਊਜ਼ਡੇ ਨਹੀਂ ਤੇ ਵੈਨਸਡੇ ਡਿਲੀਵਰ ਕਰ ਸਕਦੇ ਹੋ। ਵੈਨਸਡੇ ਹੋ ਜਾਂਦੀ ਹੈ, ਵੈਨਸਡੇ ਉੱਥੋਂ ਤੁਸੀਂ ਚੁੱਕੋ, ਥਰਸਡੇ ਨਹੀਂ ਤੇ ਫਰਾਈਡੇ ਇੱਧਰ ਡਿਲੀਵਰ ਕਰ ਸਕਦੇ ਹੋ। ਤੁਹਾਡਾ 3500 ਦਾ ਇੱਧਰੋਂ, 1500 ਦਾ ਉੱਧਰੋਂ ਲੱਭ ਜਾਂਦਾ, ਫਲੋਰੀਡਾ ਤੋਂ ਨਹੀਂ ਤੇ ਜਾਰਜੀਆ ਤੋਂ ਲੱਭ ਜਾਏਗਾ। 5,000 ਦੇ ਵਿੱਚ ਤੁਸੀਂ 2 ਮੀਲ ਚਲਾਇਆ, 2,000 ਮੀਲ ਚਲਾਇਆ। 2,000 ਮੀਲ ਦੇ ਵਿੱਚ ਅਗਰ ਤੁਹਾਡਾ ਟਰੱਕ 6 ਦੀ ਐਵਰੇਜ ਕਰ ਰਿਹਾ, ਠੀਕ ਹੈ, ਤੇ 300 ਪਲੱਸ ਗੈਲਨਾਂ ਤੁਹਾਡੀਆਂ ਤੇਲ ਦੀਆਂ ਲੱਗਣਗੀਆਂ। ਠੀਕ ਹੈ, ਜਿਹੜੀਆਂ ਕਿ 300 ਨੂੰ ਤੁਸੀਂ ਜ਼ਰਬ ਦੇ ਰਹੋ 3 ਨਾਲ, ਅਗਰ ਤੁਹਾਡੇ ਕੋਲ ਅੱਛਾ ਫਿਊਲ ਕਾਰਡ ਹੈ, ਤੁਹਾਨੂੰ $3 ਐਵਰੇਜ ਆਉਂਦੀ ਹੈ। ਸਹੀ ਹੈ, 3 3 9 1200 1100 1200 ਦਾ ਤੁਹਾਡਾ ਤੇਲ ਲੱਗਦਾ। ਠੀਕ ਹੈ, 4 ਦਿਨ ਦੇ ਵਿੱਚ 1200 ਦਾ ਤੇਲ ਕੱਢ ਦਿਓ 500 ਚੋਂ, 5,000 ਦੇ ਵਿੱਚੋਂ 3,800 ਤੁਹਾਨੂੰ ਆ ਗਿਆ। ਮੈਂ ਇੱਕ ਰਫਲੀ ਆਈਡੀਆ ਦੇ ਰਿਹਾ ਤੁਹਾਨੂੰ, 3,800 ਤੁਹਾਨੂੰ ਆਇਆ, 4 ਦਿਨ ਦਾ ਕੰਮ ਤੁਸੀਂ ਕੀਤਾ, ਮੰਡੇ ਟਿਊਜ਼ਡੇ ਵੈਨਸਡੇ ਸੈਟਰਡੇ, ਤੁਸੀਂ 3,000 ਹੀ ਲਾ ਲਓ। 3,800 ਨਹੀਂ, 3,000 800 ਨਾ ਕੱਟ ਕਰੋ, ਤੁਸੀਂ 800 ਲਾ ਲਓ, ਮੈਂ ਇੱਕ ਰਫਲੀ ਆਈਡੀਆ ਦੇ ਰਿਹਾ। ਠੀਕ ਹੈ ਨਾ, ਤੇ ਤੁਸੀਂ 800 ਚਲੋ ਹੋਰ ਕਰਨਾ, ਜਿਹਨੇ ਕੰਮ ਕਰਨਾ 3,000 ਹੀ ਤੁਹਾਨੂੰ ਆ ਗਿਆ 4 ਦਿਨ ਕੰਮ ਕਰਕੇ। ਜੀ, ਤੁਸੀਂ ਵੀਕ ਦਾ ਲਾਓ 3,000। ਨਹੀਂ, ਵੀਕ ਤਾਂ ਨਹੀਂ ਨਾ, 3,000 ਤੁਸੀਂ ਲਾ ਸਕਦੇ, ਤੁਸੀਂ ਲਾਓ ਨਾ 4, ਤੁਸੀਂ ਇੱਕ ਲੋਡ ਹੋਰ ਕਰ ਲਿਆ ਕੋ ਜੀ, ਵੈਨਸਡੇ ਮੰਡੇ ਚੁੱਕ ਕੇ, ਟਿਊਜ਼ਡੇ ਵੈਨਸਡੇ ਲਾ ਕੇ, ਵੈਨਸਡੇ ਚੁੱਕ ਕੇ, ਫਰਾਈਡੇ ਇੱਧਰੋਂ ਚੁੱਕ ਕੇ, ਸੈਟਰਡੇ ਸੰਡੇ ਮੰਡੇ, ਫਿਰ ਆਫ ਕਰਨਾ ਚਾਹੁੰਦੇ ਹੋ ਤਾਂ ਫਿਰ ਤਾਂ ਇੱਕੋ ਹੀ, ਫਿਰ ਤਾਂ ਤੁਹਾਡੀ ਫਿਰ ਐਵਰੇਜ ਫਿਰ ਤਾਂ 1.5 ਲੱਖ ਦੀ ਐਵਰੇਜ ਨਹੀਂ ਆਣੀ। ਮੈਂ ਉਹੀ ਗੱਲ ਕਰ ਰਿਹਾ ਨਾ ਕਿ ਅਗਰ ਫਿਰ ਤਾਂ ਤੁਹਾਡੀ ਐਵਰੇਜ 70-80 ਆ ਗਈ, ਇੱਕ ਲੋਡ ਵੀ ਜਾਣ ਆਵਣ ਕਰ ਰਹੇ ਹੋ, ਹਾਂ, ਤੇ ਤੁਹਾਨੂੰ 3,000 ਬਚਦਾ ਅਗਰ, ਹਾਂ, ਤੇ 3,000 ਦਾ ਮਤਲਬ 52 ਵੀਕ। ਨਹੀਂ, ਤੁਸੀਂ 3,000 ਨੂੰ 4 ਵੀਕ ਕਰੋ ਨਾ, 12,000 ਮਹੀਨੇ ਦੇ। ਮੈਂ ਤੁਹਾਨੂੰ ਦੱਸਣਾ ਨਾ, ਮੈਂ ਕੱਟ ਵੱਟ ਕੇ ਗੱਲ ਉੱਥੇ ਹੀ ਲਿਆਵਾਂ ਨਾ, 52 ਵੀਕ। ਹਾਂਜੀ, 52 ਵੀਕਾਂ ਦੇ ਵਿੱਚੋਂ ਕਮ ਅਜ਼ ਕਮ ਤੁਹਾਡੇ 8 ਵੀਕ ਜਿਹੜੇ ਨੇ ਉਹ ਆਫ ਨਿਕਲ ਜਾਂਦੇ ਨੇ। ਉਹ ਕਾਹਦੇ? ਇਹ ਛੁੱਟੀਆਂ ਜਿਹੜੀਆਂ ਨਿਕਲਦੀਆਂ ਨੇ ਵਿੱਚੋਂ। ਨਹੀਂ, ਉਹ ਤੁਸੀਂ ਜਿਹੜੀ ਐਵਰੇਜ ਕੱਢ ਰਹੇ ਹੋ 3,000 ਦੀ, ਉਹ ਤੇ ਛੁੱਟੀਆਂ ਕੱਢ ਕੇ ਕਰ ਰਹੇ ਹੋ। ਸਰ, ਮੈਂ 52 ਵੀਕ ਗਿਣ ਰਿਹਾ ਨਾ, 52 ਵੀਕ ਜਦੋਂ ਮੈਂ ਗਿਣਾਂਗਾ ਤਾਂ ਉਹਦੇ ਵਿੱਚ ਇਹਨਾਂ ਚੀਜ਼ਾਂ ਹੀ ਨਾ ਪਵੋ ਤੁਸੀਂ। ਗੱਲ ਆਵੇ ਕਿ ਤੁਹਾਡੀ 3,000 ਵੀਕ 12,000 ਮਹੀਨੇ ਦੀ ਆਮਦਨ ਹੋਈ ਹੈ, 12,000 ਦੇ ਵਿੱਚ ਤੁਸੀਂ ਟਰੱਕ ਦੀ ਪੇਮੈਂਟ ਵੀ ਦੇਣੀ ਹੈ, ਇੰਸ਼ੋਰੈਂਸ ਵੀ ਦੇਣੀ ਹੈ, ਰਿਪੇਅਰ ਵੀ ਦੇਣੀ ਹੈ, ਫਿਊਲ ਦੇ ਪੈਸੇ ਵੀ ਦੇਣੇ। ਨਹੀਂ, ਉਹ ਤਾਂ ਦੇ ਸੜੇ ਨਾ ਅਸੀਂ।
ਨਹੀਂ ਫਿਊਲ ਦੇ ਫਿਊਲ ਅਸੀਂ ਦੇ ਛੜਿਆ, ਅੱਛਾ ਟੋਲ ਵਗੈਰਾ ਦੇ ਛੜਿਆ, ਹਾਂ ਇੰਸ਼ੋਰੈਂਸ ਨਹੀਂ ਛੋਟੀ ਕੀਤੀ ਮੋਟੀ ਰਿਪੇਅਰ ਅਸੀਂ ਕੱਢ ਦਿੱਤੀ ਕਿਉਂਕਿ ਮੈਂ $800 ਕੱਢ ਰਿਹਾ ਉੱਤੇ ਹਰ ਗੇੜੇ ਨਾਲ। ਹਾਂ ਚਲੋ ਫਿਰ ਘੱਟ ਹੀ ਰਿਪੇਅਰ ਹਾਂ ਛੋਟੀ ਠੀਕ ਮੋਟੀ ਕਰ ਉਹ ਤੁਸੀਂ ਛੱਡੀ ਵਿੱਚ ਕੈਲਕੂਲੇਟ ਕਰ ਹਾਂ ਲਓ। ਤੇ ਉਹ ਤੁਹਾਡੀ ਟਰੱਕ ਦੀ ਪੇਮੈਂਟ ਫਿਰ ਫਿਰ ਤੁਹਾਡੀ ਰਹਿ ਗਈ ਟਰੱਕ ਦੀ ਪੇਮੈਂਟ ਤੇ ਇੰਸ਼ੋਰੈਂਸ। ਹਾਂ 1000 ਰੁਪਏ ਤੁਹਾਡੀ ਕਮ ਤੋਂ ਕਮ ਇੰਸ਼ੋਰੈਂਸ ਹੋਣੀ ਹੈ 1000 ਇੰਸ਼ੋਰੈਂਸ ਦਾ ਕੱਢ ਦਿਓ, ਅਪਰੋਕਸੀਮੇਟਲੀ $2500 ਤੁਸੀਂ ਉਹ ਕੱਢ ਦਿਓ। ਹਾਂ ਟਰੱਕ ਦਾ ਕਰ ਦਿਓ 3500 ਹੋ ਗਿਆ 3500 $1500 ਤੁਸੀਂ ਟ੍ਰੇਲਰ ਦਾ ਕੱਢ ਦਿਓ ਰੈਂਟ 5000 ਹੋ ਗਿਆ 5000 5000 12000 ਦੀ 7000 ਤੁਹਾਨੂੰ ਬਚਿਆ 7000 ਮਹੀਨੇ ਦਾ ਤੁਹਾਨੂੰ ਬਚਿਆ 7000 12 7 84000 84000 ਇਹ ਤੁਸੀਂ ਕਰ ਰਹੇ ਹੋ ਦੋ ਭੈੜਾ ਤਿੰਨ ਕੰਮ ਕਰਕੇ ਮੇਰੀਆਂ ਨਜ਼ਰਾਂ 'ਚ ਛੁੱਟੀਆਂ ਕਰਕੇ ਛੁੱਟੀਆਂ ਕਰਕੇ ਹਾਂ ਇੰਜੋਏ ਕਰਕੇ ਹਾਂ ਇੰਜੋਏ ਕਰ ਲਓ ਛੁੱਟੀਆਂ ਕਰ ਲਓ ਜੋ ਮਰਜ਼ੀ ਕਰ ਲਓ ਕਰਕੇ ਤੁਸੀਂ ਇਤਨਾ ਬਚਾ ਰਹੇ ਹੋ। ਹਾਂ ਯਾਨੀ ਪੈਸੇ ਐ ਨਹੀਂ ਕਿ ਪੈਸੇ ਇਸ ਕੰਮ 'ਚ ਹੈ ਨੇ ਚਲੋ ਇਹ ਹੁਣ ਅਸੀਂ ਇੱਥੇ ਠੀਕ ਹੈ ਨਾ ਖਤਮ ਕਰਨੇ ਆ ਕਿਉਂਕਿ ਵਲੌਗ ਲੰਬਾ ਹੋ ਗਿਆ। ਹਾਂ ਤੂੰ ਪੈਸੇ ਹੈ ਨੇ ਇਸ ਕੰਮ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਇਹ ਹੈ ਕਿ ਮਿਹਨਤ ਔਰ ਤਵੱਜੋ ਮੰਗਦਾ ਹੈ ਕੰਮ। ਲੋ ਜੀ ਇਸ ਵਲੌਗ ਤੋਂ ਸਾਡਾ ਗੱਲ ਬਣੀ ਨਹੀਂ ਕਿਉਂਕਿ ਸਾਡੀ ਕੋਈ ਐਵਰੇਜ ਫਿਟ ਨਹੀਂ ਆਈ ਤੇ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਇਹਨੂੰ ਅਸੀਂ ਇੱਥੇ ਖਤਮ ਕਰਨੇ ਆ। ਇੱਕ ਪਾਰਟ ਸਾਡਾ ਆਖਰੀ ਰਹਿ ਗਿਆ, ਇਨਸ਼ਾਅੱਲਾ ਤੁਹਾਡੇ ਨਾਲ ਉਹਦੇ ਵਿੱਚ ਅਗਲੇ ਪਾਰਟ 'ਚ ਮਿਲਦੇ ਆ। ਇਜਾਜ਼ਤ ਦਿਓ, ਅੱਲਾ ਹਾਫਿਜ਼।